ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬੜੀ ਅੱਜ ਖੁਸ਼ੀ ਹੋ ਰਹੀ ਹੈ ਕਿ ਅਸੀਂ ਸੰਗਤ ਟੀਵੀ ਦੀ 11ਵੀਂ ਵਰ੍ਹੇਗੰਢ ਇਹਨਾਂ ਹਫ਼ਤਿਆਂ ਦੇ ਵਿੱਚ ਮਨਾ ਰਹੇ ਹਾਂ। 11 ਸਾਲ ਹੋ ਗਏ। ਇੱਕ ਜੋ ਕਨਸੈਪਟ, ਇੱਕ ਵਿਚਾਰ ਜੋ ਸੰਗਤਾਂ ਨੇ ਸਾਂਝਾ ਕੀਤਾ, ਸੰਗਤਾਂ ਨੇ ਉਹਦੇ ਉੱਤੇ ਫੈਸਲਾ ਲਿਆ ਕਿ ਇੱਕ ਆਪਣਾ ਇੰਡੀਪੈਂਡੈਂਟ ਮੀਡੀਆ ਹੋਣਾ ਚਾਹੀਦਾ ਹੈ, ਜਿਹਦੇ ਨਾਲ ਕਿ ਅਸੀਂ ਇੱਕ ਸੰਗਤ ਦੀ ਗੱਲ, ਇੱਕ ਪੰਥ ਦੀ ਗੱਲ, ਇੱਕ ਗ੍ਰੰਥ ਦੀ ਗੱਲ, ਜੋ ਕਿ ਮੈਸੇਜ ਆਫ ਵਨਨੈਸ, ਸਾਰਿਆਂ ਨਾਲੋਂ ਇੱਕ ਇੰਪੋਰਟੈਂਟ ਮੈਸੇਜ ਹੈ, ਦ ਮੈਸੇਜ ਆਫ ਵਨਨੈਸ। ਗੁਰੂ ਗ੍ਰੰਥ ਸਾਹਿਬ ਜੀ ਇੱਕ ਨਾਲ ਸ਼ੁਰੂ ਹੁੰਦੇ ਨੇ, ਇੱਕ ਓਂਕਾਰ। ਜਿਹੜਾ ਮੈਸੇਜ ਆਫ ਵਨਨੈਸ ਹੈ ਕਿ ਇੱਕ ਸੰਗਤ, ਇੱਕ ਪੰਥ, ਇੱਕ ਗ੍ਰੰਥ, ਇੱਕ ਪਰਮਾਤਮਾ, ਇੱਕ ਧਰਮ, ਵਨ ਵਰਡ, ਵਨ ਫੈਮਿਲੀ। ਇਹ ਜਦੋਂ ਸਾਡੀ ਇਸ ਤਰ੍ਹਾਂ ਦੀ ਸੋਚ ਬਣ ਜਾਏਗੀ ਅਤੇ ਇਹ ਦੁਨੀਆ ਦੇ ਵਿੱਚ ਆਉਣ ਦਾ ਜੋ ਮੰਤਵ ਹੈ ਤਾਂ ਹੀ ਪੂਰਾ ਹੋਏਗਾ। ਸੋ ਇਹ ਮਿਸ਼ਨ ਲੈ ਕੇ ਸੰਗਤ ਟਰੱਸਟ ਦਾ ਸਭ ਤੋਂ ਪਹਿਲਾ ਪ੍ਰੋਜੈਕਟ ਸੰਗਤ ਟੀਵੀ ਲੈ ਕੇ ਚੱਲਿਆ ਅਤੇ ਬਹੁਤ ਹੀ ਮੈਂ ਤਾਂ ਕਹਿੰਦਾ ਇੱਕ ਐਡਵੈਂਚਰਸ ਇਹੋ ਸਾਡਾ ਸਫ਼ਰ ਰਿਹਾ 11 ਸਾਲਾਂ ਦਾ, ਕਿਉਂਕਿ ਗੁਰਬਾਣੀ ਦਾ ਹੀ ਫਰਮਾਨ ਹੈ ਕਿ ਹਉਮੈ ਮੈਲਾ ਜਗ ਫਿਰੇ, ਮਰ ਜੰਮੇ ਵਾਰੋ ਵਾਰ। ਇਹ ਜਿਹੜੀ ਹਉਮੈ ਦੀ ਮੈਲ ਹੈ, ਜਿਹੜੀ ਕਿ ਸਾਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ, ਜਿਹੜਾ ਕਿ ਇੱਕ ਮੈਸੇਜ ਆਫ ਵਨਨੈਸ, ਉਹ ਕਦੀ ਵੀ ਅਮਲ ਦੇ ਵਿੱਚ ਨਹੀਂ ਆ ਰਿਹਾ। ਸੋ ਉਸ ਚੀਜ਼ ਨੂੰ ਇੱਕ ਖ਼ਤਮ ਕਰਨ ਵਾਸਤੇ ਜੋ ਸ਼ਬਦ ਗੁਰੂ ਦਾ ਗਿਆਨ, ਜੋ ਕਿ ਸਾਡਾ ਵਿਚਾਰ ਸੀ ਕਿ ਜਿਹੜਾ ਮੀਡੀਆ ਹੈ, ਇਹਦੇ ਰਾਹੀਂ ਅਸੀਂ ਆਪਣੀਆਂ ਸਿੱਖ ਸੰਗਤਾਂ ਨੂੰ ਅਤੇ ਹੋਰ ਪੂਰੇ ਮਾਨਵਤਾ ਜਾਤੀ ਵਾਸਤੇ ਇਹ ਇੱਕ ਮੈਸੇਜ ਅਸੀਂ ਦੇ ਸਕਾਂਗੇ, ਜਿਹੜਾ ਕਿ ਮੈਸੇਜ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ ਆਫ ਵਨਨੈਸ, ਯੂਨੀਵਰਸਲ ਬ੍ਰਦਰਹੁੱਡ, ਪੀਸਫੁਲ ਕੋਐਗਜ਼ਿਸਟੈਂਸ, ਹਿਊਮਿਲਿਟੀ, ਪੇਸ਼ੈਂਸ, ਕੰਪੈਸ਼ਨ, ਪਿਆਰ। ਇਹ ਜਿਹੜੀ ਵੈਲਿਊਜ਼, ਹਿਊਮਨ ਵੈਲਿਊਜ਼ ਐਂਡ ਦ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ, ਸੈਲਫ ਡਿਫੈਂਸ, ਮੀਰੀ ਪੀਰੀ, ਇੱਕ ਬੈਲੈਂਸ ਜਿਹੜਾ ਕਿ ਬਹੁਤ ਜ਼ਰੂਰੀ ਹੈ ਇਨਸਾਨ ਦੀ ਲਾਈਫ ਦੇ ਵਿੱਚ। ਕੌਨਸੈਪਟ ਗੁਰੂ ਗੋਬਿੰਦ, ਆਪੇ ਗੁਰਚੇਲਾ ਦਾ ਕੌਨਸੈਪਟ, ਖਾਲਸਾ ਪੰਥ ਦਾ ਕੌਨਸੈਪਟ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਿਉਂਕਿ ਜੋ ਗੁਰੂ ਨਾਨਕ ਦੇਵ ਜੀ ਦੀ ਸੋਚ ਹੈ, ਉਸ ਤੋਂ ਉੱਤੇ ਹੋਰ ਕੋਈ ਸੋਚ ਹੈ ਹੀ ਨਹੀਂ। ਕਿਉਂਕਿ ਇਹਦੇ ਵਿੱਚ ਜੋ ਮੈਸੇਜ ਹੈ, ਜੋ ਵਾਹਿਗੁਰੂ ਦੇ ਨਾਲ ਇੱਕ ਪਿਆਰ ਦਾ ਮੈਸੇਜ ਹੈ, ਜਿੰਨਾ ਚਿਰ ਉਹ ਨਾਮ ਸਾਡਾ ਬੇਸ ਨਹੀਂ ਬਣਦਾ, ਉਨਾ ਚਿਰ ਚੜ੍ਹਦੀ ਕਲਾ ਨਹੀਂ ਹੋ ਸਕਦੀ। ਸੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਜਿੰਨਾ ਚਿਰ ਅਸੀਂ ਭਾਣੇ ਦੇ ਵਿੱਚ ਨਹੀਂ ਆਉਂਦੇ, ਭਾਣੇ ਦੇ ਵਿੱਚ ਆ ਕੇ ਅਸੀਂ ਆਪਣੀ ਹਉਮੈ ਨਹੀਂ ਤਿਆਗਦੇ, ਉਨਾ ਚਿਰ ਅਸੀਂ ਸਰਬੱਤ ਦੇ ਭਲੇ ਦੀ ਗੱਲ ਵੀ ਨਹੀਂ ਕਰ ਸਕਦੇ। ਸੋ ਇਹ ਬਹੁਤ ਹੀ ਵਡਮੁੱਲੇ ਵਿਚਾਰਾਂ ਦਾ ਵਿਚਾਰ ਵਟਾਂਦਰਾ ਹੋਇਆ ਸੰਗਤਾਂ ਦੇ ਵਿੱਚ, ਫੈਸਲਾ ਲਿਆ ਗਿਆ, ਸੰਗਤ ਟੀਵੀ ਸ਼ੁਰੂ ਹੋਇਆ। ਮੈਂ ਦੱਸਦਾ ਜਾਵਾਂ ਕਿ ਸੰਗਤ ਟੀਵੀ ਦੀ ਜੋ ਵਿਲੱਖਣਤਾ ਹੈ ਕਿ ਇਹਦਾ ਕੋਈ ਮਾਲਕ ਨਹੀਂ, ਸੰਗਤ ਹੀ ਮਾਲਕ ਹੈ। ਸੋ ਅਸੀਂ ਤਾਂ ਸੇਵਾਦਾਰ, ਜਿਸ ਤਰ੍ਹਾਂ ਵੀ ਸੰਗਤਾਂ ਨੇ ਸਾਨੂੰ ਅਪੁਆਇੰਟ ਕੀਤਾ, ਅਸੀਂ ਉਸ ਮਿਸ਼ਨ ਨੂੰ ਅੱਗੇ ਲੈ ਕੇ ਚੱਲ ਪਏ ਅਤੇ ਵਾਹਿਗੁਰੂ ਦੀ ਬਹੁਤ ਕਿਰਪਾ ਹੋਈ ਕਿ ਅਸੀਂ 11 ਸਾਲ ਇਹ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਮੰਜ਼ਿਲ ਤੋਂ ਨਹੀਂ ਭਟਕੇ, ਅਸੀਂ ਆਪਣੇ ਰਾਹ ਤੋਂ ਨਹੀਂ ਭਟਕੇ। ਪਰ ਹੈ ਟਾਈਮ ਜ਼ਰੂਰ ਲੱਗ ਗਿਆ ਕਿ 11 ਸਾਲਾਂ ਦੇ ਸਫ਼ਰ ਦੇ ਵਿੱਚ ਬਹੁਤ ਵੱਡੀ ਕਮਿਟਮੈਂਟ ਹੈ। ਟੀਵੀ ਸਟੇਸ਼ਨ, ਜਿਸ ਤਰ੍ਹਾਂ ਅਸੀਂ ਪਹਿਲੇ ਪ੍ਰੋਗਰਾਮਾਂ 'ਚ ਵੀ ਦੱਸ ਚੁੱਕੇ ਹਾਂ ਕਿ 50,000 ਪਾਉਂਡ ਮਹੀਨੇ ਦਾ ਖਰਚਾ ਮਿਨੀਮਮ ਚਾਹੀਦਾ ਇੱਕ ਸਟੇਬਲ ਟੀਵੀ ਸਟੇਸ਼ਨ ਚਲਾਉਣ ਵਾਸਤੇ, ਅਤੇ ਸਾਡੀ ਹਮੇਸ਼ਾ ਕਾਫੀ ਸ਼ੋਰਟਫਾਲ ਰਹੀ। ਅਤੇ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ 11ਵੇਂ ਸਾਲ ਦੇ ਵਿੱਚ ਸਾਡੇ ਕੋਲ ਇਸ ਵੇਲੇ 2,000 ਡਾਇਰੈਕਟ ਡੈਬਿਟ, ਜਿਨ੍ਹਾਂ ਦੀ ਮੰਥਲੀ ਕਲੈਕਸ਼ਨ ਨੀਅਰਲੀ 20,000 ਦੇ ਨਾਲ ਹੋ ਕੇ ਜਿਹੜੀਆਂ ਸਾਡੀਆਂ ਅਪੀਲਾਂ ਚੱਲ ਰਹੀਆਂ ਨੇ, ਉਹਨਾਂ ਦੇ ਨਾਲ ਸਾਰਾ ਰਲ ਮਿਲ ਕੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹੁਣ ਐਟਲੀਸਟ ਇੱਕ ਬ੍ਰੇਕ ਈਵਨ, ਜਿਹੜੀ ਘਾਟੇ ਵਾਲੀ ਹਾਲਾਤ ਉਹ ਖ਼ਤਮ ਹੋ ਚੁੱਕੇ ਹਨ। ਸੋ ਇਹ ਇੱਕ 11ਵੀਂ ਵਰ੍ਹੇਗੰਢ 'ਤੇ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਹੈ, ਅਤੇ ਸਾਡਾ ਇਸ ਨੂੰ ਮਨਾਉਣ ਦਾ ਇੱਕ ਸਬੱਬ ਵੀ ਬਣਦਾ ਹੈ। ਅਤੇ ਸੰਗਤਾਂ ਨੂੰ ਇਸ ਚੀਜ਼ ਦੀ ਬਹੁਤ ਬਹੁਤ ਮੇਰੇ ਵੱਲੋਂ ਵਧਾਈ। ਇਸ 11ਵੀਂ ਵਰ੍ਹੇਗੰਢ 'ਤੇ ਅਸੀਂ ਸੰਗਤਾਂ ਨੂੰ ਫਿਰ ਅਪੀਲ ਕਰਦੇ ਹਾਂ ਕਿ ਜਿਹੜੇ 2,000 ਡਾਇਰੈਕਟ ਡੈਬਿਟ ਸੰਗਤਾਂ ਨੇ ਸਾਡਾ ਸਾਥ ਦਿੱਤਾ, ਅਸੀਂ ਤਾਂ ਟਾਰਗੇਟ ਲੈ ਕੇ ਚੱਲੇ ਸੀ ਕਿ ਸਾਡੇ 50,000 ਵਾਸਤੇ 10,000 ਡਾਇਰੈਕਟ ਡੈਬਿਟ 5-5 ਪਾਉਂਡ ਦੇ ਹੋ ਜਾਣ, ਪਰ ਸਾਡੀ ਜੋ ਐਵਰੇਜ ਚੱਲ ਰਹੀ ਹੈ ਉਹ 10 ਪਾਉਂਡ ਦਾ ਐਵਰੇਜ ਚੱਲ ਰਿਹਾ ਡਾਇਰੈਕਟ ਡੈਬਿਟ।
ਤੇ 2000 ਤੋਂ ਉੱਪਰ ਅਸੀਂ ਪਹੁੰਚ ਗਏ ਹਾਂ। ਸੋ ਇਹਦੇ ਹਿਸਾਬ ਨਾਲ ਜੇ ਅਸੀਂ 5000 ਤੱਕ ਵੀ ਡਾਇਰੈਕਟ ਡੈਬਿਟ ਹੋ ਜਾਣ ਤੇ ਸਾਡੀ ਐਟਲੀਸਟ ਜਿਹੜੀ ਉਹ ਇੱਕ ਫਾਈਨੈਂਸ਼ੀਅਲ ਹੈਡੇਕ ਹੈ, ਪ੍ਰੈਸ਼ਰ ਹੈ, ਬਰਡਨ ਹੈ, ਉਹ ਘਟ ਜਾਂਦਾ ਹੈ। ਸੋ ਜਦੋਂ ਸਾਡਾ ਇਹ ਇੱਕ ਫਾਈਨੈਂਸ਼ੀਅਲ ਸਟੇਬਿਲਿਟੀ ਆ ਜਾਂਦੀ ਹੈ ਤੇ ਫਿਰ ਅਸੀਂ ਕੌਨਸਨਟਰੇਟ ਕਰ ਸਕਦੇ ਹਾਂ ਜ਼ਿਆਦਾ ਇੱਕ ਮੈਸੇਜ ਦੇ ਉੱਤੇ ਕਿ ਜੋ ਸਾਡਾ ਮਿਸ਼ਨ ਹੈ ਉਹਦੇ 'ਤੇ ਜ਼ਿਆਦਾ ਕੌਨਸਨਟਰੇਟ ਕਰ ਸਕੀਏ। ਸੋ ਸੰਗਤ ਅੱਗੇ ਬੇਨਤੀ ਹੈ ਕਿ ਜਿਨ੍ਹਾਂ ਨੇ ਇਸ ਡਾਇਰੈਕਟ ਡੈਬਿਟ ਦੇ ਵਿੱਚ ਸੰਗਤ ਟੀਵੀ ਨੂੰ ਇਸ ਮੰਜ਼ਿਲ ਤੱਕ ਪਹੁੰਚਣ ਦਾ ਸਹਿਯੋਗ ਦਿੱਤਾ ਹੈ, ਉਹਨਾਂ ਦਾ ਬਹੁਤ ਹੀ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਅਤੇ ਇਸ 11ਵੀਂ ਵਰ੍ਹੇਗੰਢ 'ਤੇ ਮੈਂ ਅਪੀਲ ਵੀ ਕਰਦਾ ਹਾਂ ਸੰਗਤਾਂ ਨੂੰ ਕਿ ਤੁਸੀਂ ਇੱਕ ਡਾਇਰੈਕਟ ਡੈਬਿਟ ਹੋਰ ਇੰਟਰੋਡਿਊਸ ਕਰਾਓ ਆਪਣੇ ਫਰੈਂਡਸ਼ਿਪ ਸਰਕਲ 'ਚੋਂ, ਆਪਣੇ ਰਿਸ਼ਤੇਦਾਰਾਂ 'ਚੋਂ, ਕਿਤੇ ਵੀ, ਕਿਉਂਕਿ ਇਹ ਜਿਹੜਾ ਚੈਨਲ ਹੈ ਤੁਹਾਡਾ ਆਪਣਾ ਚੈਨਲ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਮੈਸੇਜ ਵਨਨੈਸ ਹੈ ਇਹਦੇ ਵਿੱਚ ਜੋ ਇਸ ਵੇਲੇ ਬਹੁਤ ਕਮੀ ਸਾਨੂੰ ਦਿਸ ਰਹੀ ਹੈ, ਕਿਉਂਕਿ ਜੇ ਅਸੀਂ ਆਪਣਾ ਪੰਜਾਬ ਦੀ ਹਾਲਤ ਦੇਖੀਏ, ਉਹ ਇੱਕ ਜੋ ਸੁਸਾਇਟੀ ਦੀ ਡਿਸਇੰਟੀਗ੍ਰੇਸ਼ਨ ਦੀ ਸਿਚੁਏਸ਼ਨ ਹੈ। ਕਿਉਂਕਿ ਸਾਡਾ ਮਿਸ਼ਨ, ਜੋ ਧਰਮ ਦਾ ਮਿਸ਼ਨ ਤਾਂ ਹੈ ਕਿ ਸਾਰੇ ਰਲ ਮਿਲ ਕੇ ਚੱਲਣਾ, ਇੱਕ ਮੇਨ ਸਟਰੀਮ ਥਿੰਕਿੰਗ ਜੋ ਧੁਰਾ ਹੈ ਧਰਮ ਦਾ, ਜਿੰਨਾ ਚਿਰ ਉਹ ਸਟਰੋਂਗ ਨਹੀਂ ਬਣਦਾ ਉਹਨਾਂ ਚਿਰ ਇਹ ਧਰਮ ਦੇ ਜੋ ਗੁਣ ਨੇ, ਪ੍ਰਾਪਤੀਆਂ ਨੇ, ਉਹ ਉਹਨਾਂ ਦਾ ਆਨੰਦ ਸੰਗਤਾਂ ਨਹੀਂ ਮਾਣ ਸਕਦੀਆਂ। ਸੋ ਇਹ ਜੋ ਪੇਨ ਹੈ ਅਸੀਂ ਉਹ ਫੀਲ ਕਰ ਰਹੇ ਹਾਂ ਕਿ ਅਸੀਂ ਇੰਨੇ ਵੰਡ ਚੁੱਕੇ ਹਾਂ, ਇੰਨੇ ਜਮਾਤਾਂ ਦੇ ਵਿੱਚ ਵੰਡ ਚੁੱਕੇ ਹਾਂ, ਕਲਾਸਾਂ 'ਚ ਵੰਡ ਚੁੱਕੇ ਹਾਂ, ਅਮੀਰੀ, ਗਰੀਬੀ, ਇਨਇਕੁਐਲਿਟੀ, ਡਿਸਕ੍ਰਿਮੀਨੇਸ਼ਨ, ਇਹ ਚੀਜ਼ਾਂ ਦਾ ਇਸ ਵੇਲੇ ਪੇਨ ਅਸੀਂ ਫੀਲ ਕਰ ਰਹੇ ਹਾਂ। ਪੂਰਾ ਪੰਥ ਇਸ ਚੀਜ਼ ਦੀ ਪੇਨ ਫੀਲ ਕਰ ਰਿਹਾ ਹੈ। ਸੋ ਜਿਹੜੀ ਮੇਨ ਸਟਰੀਮ ਥਿੰਕਿੰਗ ਹੈ ਉਹਨੂੰ ਸਟਰੋਂਗ ਕਰਨ ਵਾਸਤੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ ਹੈ ਉਹਨੂੰ ਘਰ ਘਰ ਪਹੁੰਚਾਉਣ ਵਾਸਤੇ ਸਾਨੂੰ ਫੰਡਿੰਗ ਦੀ ਵੀ ਲੋੜ ਹੈ, ਅਤੇ ਨਾਲ ਇਹ ਵੀ ਹੈ ਕਿ ਸੰਗਤਾਂ ਤਨ, ਮਨ ਅਤੇ ਧਨ ਆਪਣਾ ਟਾਈਮ ਦੇ ਕੇ, ਆਪਣਾ ਫਿਜ਼ੀਕਲ ਕਿਤੇ ਵੀ ਆਪਣੀ ਕੰਟਰੀਬਿਊਸ਼ਨ ਪਾ ਕੇ, ਕਿਸੇ ਵੀ ਪ੍ਰੋਗਰਾਮ 'ਤੇ ਆ ਕੇ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਸੇਵਾ ਆਪਣੇ ਤਨ ਨਾਲ ਕਰ ਸਕਦੇ ਹੋ। ਮਨ ਅਤੇ ਧਨ ਦੇ ਨਾਲ, ਤਨ, ਮਨ, ਧਨ ਦੀ ਸੇਵਾ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ। ਸੋ ਅਸੀਂ ਅਪੀਲ ਕਰਦੇ ਸੰਗਤਾਂ ਨੂੰ ਕਿ ਵੱਧ ਚੜ੍ਹ ਕੇ ਇਹਦੇ ਵਿੱਚ ਆਪਣਾ ਹੋਰ ਹਿੱਸਾ ਪਾਓ। ਕਿ ਸਾਡਾ ਹੁਣ ਜੇ ਟਾਰਗੇਟ ਐਵਰੇਜ ਡਾਇਰੈਕਟ ਡੈਬਿਟ 10 ਪਾਉਂਡ ਦਾ ਹੈ ਅਤੇ ਅਸੀਂ 5000 ਤੱਕ ਵੀ ਹੋ ਜਾਏਗਾ, ਅਤੇ ਉਹ ਸਾਡਾ ਇੱਕ ਜੋ ਮਾਈਲਸਟੋਨ ਅਸੀਂ ਸੈੱਟ ਕਰਕੇ ਚੱਲੇ ਸੀ ਉਹ ਪੂਰਾ ਹੋ ਜਾਏਗਾ, ਅਤੇ ਅਸੀਂ ਇੱਕ ਅਗਲੇ ਸਟੈਪ, ਅਗਲੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ। ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੈ ਕਿ ਸੰਗਤ ਟੀਵੀ ਦੇ ਜੋ ਪਲੇਟਫਾਰਮ ਦੇ ਨਾਲ ਅਸੀਂ ਬਹੁਤ ਹੀ ਵਧੀਆ ਕਾਰਨਾਮੇ, ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਧਰਮੀ ਫੌਜੀਆਂ ਵਾਸਤੇ ਅਪੀਲ ਕੀਤੀ ਗਈ, ਫਿਰ ਉਹ ਤੋਂ ਬਾਅਦ ਆਈ ਕੈਂਪਸ ਦੀ ਅਪੀਲ ਹੋਈ, ਫਿਰ ਬਹੁਤ ਹੀ ਇੱਕ ਵੱਡਾ ਜੋ ਪ੍ਰੋਜੈਕਟ ਸੀ 500 ਕਰੋੜ ਦਾ ਪ੍ਰੋਜੈਕਟ ਅਕਾਲ ਯੂਨੀਵਰਸਿਟੀ ਗੁਰੂ ਕੀ ਕਾਸ਼ੀ, ਜਿਹੜਾ ਕਿ 300 ਸਾਲ ਪਹਿਲਾਂ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ ਕਿ ਦਮਦਮਾ ਸਾਹਿਬ ਵਿਖੇ ਇੱਕ ਵਿੱਦਿਆ ਦਾ ਕੇਂਦਰ ਇਸ ਤਰ੍ਹਾਂ ਦਾ ਬਣੇਗਾ ਜਿਹਦਾ ਬੇਸ ਧਰਮ ਹੋਏਗਾ, ਗੁਰਸਿੱਖੀ ਦਾ ਬੇਸ ਹੋਏਗਾ, ਗੁਰਮਤ ਦਾ ਬੇਸ ਹੋਏਗਾ। ਪਰ 300 ਸਾਲ ਬੀਤ ਜਾਣ ਤੱਕ ਵੀ ਉਹ ਬਚਨ ਪੂਰਾ ਨਹੀਂ ਹੋਇਆ ਸੀ। ਸੋ ਸੰਗਤਾਂ ਨੇ ਬਹੁਤ ਵੱਧ ਚੜ੍ਹ ਕੇ ਉਹਦੇ 'ਚ ਹਿੱਸਾ ਦਿੱਤਾ। 500 ਕਰੋੜ ਦਾ ਪ੍ਰੋਜੈਕਟ ਸੀ, ਉਹ ਚੱਲ ਰਿਹਾ ਹਾਲੇ ਵੀ, ਅਤੇ ਯੂਨੀਵਰਸਿਟੀ ਸਟਾਰਟ ਹੋ ਗਈ ਹੈ, ਚੱਲ ਰਹੀ ਹੈ। ਅਤੇ ਮੈਨੂੰ ਇਹ ਦੱਸਣ 'ਚ ਬੜੀ ਖੁਸ਼ੀ ਹੋ ਰਹੀ ਹੈ ਕਿ ਸੰਗਤਾਂ ਦਾ, UK ਦੀਆਂ ਸੰਗਤਾਂ ਦਾ ਇਸ ਪ੍ਰੋਜੈਕਟ ਦੇ ਵਿੱਚ ਦਸਵੰਧ ਘੱਟੋ ਘੱਟ 50 ਕਰੋੜ ਤੋਂ ਉੱਪਰ ਜਿਹੜੀ ਕੰਟਰੀਬਿਊਸ਼ਨ UK ਤੋਂ ਗਈ ਹੈ। ਸੋ ਸੰਗਤ ਟੀਵੀ ਦਾ ਅੱਜ ਤੱਕ ਦਾ ਸਭ ਤੋਂ ਸਕਸੈਸਫੁਲ ਪ੍ਰੋਜੈਕਟ ਰਿਹਾ। ਉਹ ਤੋਂ ਬਾਅਦ ਸਾਡਾ ਐਜੂਕੇਟ ਟੂ ਸੇਵ, ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਕੋਈ ਵੀ ਫੈਸਿਲਿਟੀ ਕ੍ਰੀਏਟ ਕਰ ਲਓ, ਪਰ ਉਹਦੇ ਵਿੱਚ ਉਹਦਾ ਫਾਇਦਾ ਉਠਾਉਣ ਵਾਸਤੇ ਜੋ ਓਵਰਹੈਡਸ ਹੁੰਦੇ ਨੇ, ਖਰਚੇ ਹੁੰਦੇ ਨੇ, ਉਹਦੇ ਵਿੱਚ ਸਰਕਾਰਾਂ ਦੀ ਮਦਦ ਜਾਂ ਸਾਡੀ ਕੋਈ ਸਿੱਖ ਜਥੇਬੰਦੀਆਂ ਦੀ ਖਾਸ ਮਦਦ, ਕਿਉਂਕਿ ਮੈਂ ਦੱਸਿਆ ਕਿ ਅਸੀਂ ਇੰਨੇ ਜ਼ਿਆਦਾ ਡਿਸਇੰਟੀਗ੍ਰੇਟ ਹੋ ਚੁੱਕੇ ਹਾਂ, ਉਹ ਚੀਜ਼ ਬਣਦੀ ਨਹੀਂ ਜਿੰਨਾ ਚਿਰ ਸੰਗਤ ਦਾ ਸਹਿਯੋਗ ਨਾ ਮਿਲੇ। ਸੋ ਬੱਚੇ ਸਾਡੇ ਕੋਲ 129 ਸਕੂਲ ਕਲਗੀਧਰ ਟਰੱਸਟ ਦੇ, ਜਿਨ੍ਹਾਂ ਦੇ ਵਿੱਚ ਅਸੀਂ ਦੱਸਦੇ, ਹਰ ਪ੍ਰੋਗਰਾਮ ਦੇ ਵਿੱਚ ਦੱਸਦੇ ਹਾਂ ਕਿ ਮਹੀਨੇ ਦਾ 30 ਪਾਉਂਡ ਦਾ ਖਰਚਾ ਹੈ ਇੱਕ ਬੱਚੇ ਦੀ ਇੱਕ ਗੁਰਮਤ ਬੇਸਡ ਐਜੂਕੇਸ਼ਨ, ਇੱਕ ਸਿੱਖ ਫੇਥ ਬੇਸਡ ਐਜੂਕੇਸ਼ਨ ਦੇਣ ਵਾਸਤੇ। ਸੋ ਜਿਹੜੇ ਪਾਵਰਟੀ ਲਾਈਨ ਤੋਂ ਬੱਚੇ, ਸਿੱਖ ਪਰਿਵਾਰ ਆਪਣੇ ਪਾਵਰਟੀ ਲਾਈਨ ਤੋਂ ਥੱਲੇ ਨੇ, ਅਤੇ ਉਹਨਾਂ ਵਾਸਤੇ 30 ਪਾਉਂਡ ਮਹੀਨੇ ਦਾ ਜਿਹੜਾ ਖਰਚਾ ਚੱਕਣਾ ਬੜਾ ਮੁਸ਼ਕਿਲ ਹੈ। ਸੋ ਅਸੀਂ ਐਜੂਕੇਟ ਟੂ ਸੇਵ ਦਾ ਪ੍ਰੋਗਰਾਮ ਸਟਾਰਟ ਕੀਤਾ, ਜਿਹਦੇ ਵਿੱਚ UK ਦੀ ਸੰਗਤਾਂ ਨੇ ਫਿਰ ਬਹੁਤ ਵੱਧ ਚੜ੍ਹ ਕੇ ਹਿੱਸਾ ਪਾਇਆ। ਸੰਗਤਾਂ ਅੱਗੇ ਅਪੀਲ ਕੀਤੀ ਕਿ ਘੱਟੋ ਘੱਟ ਚਲੋ ਅਸੀਂ ਇੱਕ ਬੱਚਾ ਹੀ, ਹਰ ਪਰਿਵਾਰ ਇੱਕ ਬੱਚਾ ਸਪੋਂਸਰ ਕਰੋ, ਤਾਂ ਕਿ ਉਹਨਾਂ ਦੀ ਜਿਹੜੀ ਵਿੱਦਿਆ ਹੈ ਉਹ ਤੋਂ ਪਿੱਛੇ ਨਾ ਰਹਿਣ ਉਹ। ਸੋ ਉਹਦੇ ਵਿੱਚ ਕੁਝ ਪਰਿਵਾਰ ਨੇ ਜਿਨ੍ਹਾਂ ਨੇ 20 ਬੱਚੇ ਵੀ ਸਪੋਂਸਰ ਕੀਤੇ ਨੇ,
5 ਬੱਚੇ ਬਹੁਤ ਪਰਿਵਾਰਾਂ ਦੇ ਸਪਾਂਸਰ ਹੋਏ ਨੇ। ਸੋ ਉਹਦੇ 'ਚ ਵੀ ਬਹੁਤ ਵੱਧ ਕੇ ਸੰਗਤਾਂ ਨੇ ਹਿੱਸਾ ਦਿੱਤਾ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਹੋਰ ਪ੍ਰੋਜੈਕਟ ਹਨ ਜਿਸ ਤਰ੍ਹਾਂ ਕਿ ਲੰਗਰ ਸੇਵਾ ਸੰਗਤ ਏਡ ਦੇ ਅੰਡਰ ਜੋ ਅਸੀਂ ਸ਼ੁਰੂ ਕੀਤਾ, ਕਿਲ੍ਹਾ ਆਨੰਦਗੜ੍ਹ ਸਾਹਿਬ, ਬਾਬਾ ਸੇਵਾ ਸਿੰਘ ਜੀ, ਬਾਬਾ ਲਾਭ ਸਿੰਘ ਜੀ, ਇੱਕ ਜੋ ਸ਼ਾਂਤੀ ਦੇ ਪੁੰਜ, ਇਸ ਤਰ੍ਹਾਂ ਦੀਆਂ ਪੁੱਜੀਆਂ ਹੋਈਆਂ ਰੂਹਾਂ, ਇਹ ਉਹਨਾਂ ਦੇ ਵਾਸਤੇ ਇਹ ਮਾਇਆ ਇਕੱਠੀ ਕਰਨੀ, ਉੱਥੇ ਪਹੁੰਚਾਉਣੀ, ਲੰਗਰਾਂ ਦੀ ਸੇਵਾ ਕੰਟੀਨਿਊ ਕਰਨੀ, ਇਹ ਬਹੁਤ ਵੱਡਾ ਪ੍ਰੋਜੈਕਟ ਸੀ। ਸੋ ਇਹ ਪ੍ਰੋਜੈਕਟ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਖੂਬੀ ਨਾਲ ਚੱਲ ਰਿਹਾ ਹੈ। ਸੋ ਉਸ ਬੜੀ ਖੁਸ਼ੀ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਸਰਬੱਤ ਦੇ ਭਲੇ ਦਾ ਮਿਸ਼ਨ ਹੈ, ਕਿ ਜੋ ਇਨਸਾਨ ਹੈ, ਜੋ ਸਾਡੇ ਇਨਸਾਨਾਂ ਦੇ ਬੇਸਿਕ ਰਾਈਟਸ ਨੇ, ਖਾਸ ਕਰਕੇ ਰੋਟੀ, ਕੱਪੜਾ ਅਤੇ ਮਕਾਨ, ਇਹ ਚੀਜ਼ਾਂ 'ਤੇ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਕਿ ਉਹ ਹਰ ਇੱਕ ਇਨਸਾਨ ਵਾਸਤੇ ਉਹ ਜ਼ਰੂਰ ਪ੍ਰਦਾਨ ਕਰੇ। ਸੋ ਇਹ ਚੀਜ਼ਾਂ ਤਾਂ ਹੀ ਹੋ ਸਕਦੀਆਂ ਨੇ ਜੇ ਅਸੀਂ ਸਾਰੇ ਬੜੀ ਇਮਾਨਦਾਰੀ ਦੇ ਨਾਲ ਗੁਰੂ ਦੇ ਪਿਆਰ ਦੇ ਵਿੱਚ ਭਿੱਜ ਕੇ ਆਪਣਾ ਦਸਵੰਧ ਕੱਢਾਂਗੇ ਅਤੇ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਹਿੱਸਾ ਪਾਵਾਂਗੇ। ਸੋ ਮੈਂ ਇਸ 11ਵੀਂ ਵਰ੍ਹੇਗੰਢ 'ਤੇ ਫਿਰ ਸੰਗਤਾਂ ਨੂੰ ਇੱਕ ਇਹੋ ਵਧਾਈ ਦਿੰਦਾ ਹੋਇਆ ਇਹ ਫੈਸਲਾ ਅਤੇ ਇੱਕ ਅਪੀਲ ਵੀ ਕਰਨਾ ਚਾਹੁੰਦਾ ਹਾਂ ਕਿ ਜੇ ਸਾਡੇ ਡਾਇਰੈਕਟ ਡੈਬਿਟ 5000 ਦੀ ਗਿਣਤੀ 50,000 ਪਾਉਂਡ ਮਹੀਨੇ ਦੇ ਹੋ ਜਾਂਦੇ ਆ, ਅਤੇ ਅਸੀਂ ਜਿੰਨਾ ਵੀ ਸਾਡਾ ਅਪੀਲ ਫੰਡ ਜਿਹੜਾ ਆਉਂਦਾ ਹੈ, ਅਸੀਂ ਬੜੀ ਕੌਨਫੀਡੈਂਸ ਨਾਲ ਕਹਿ ਸਕਦੇ ਹਾਂ ਕਿ ਅਸੀਂ, ਜੇ ਤੁਸੀਂ ਸਾਨੂੰ 1 ਪਾਉਂਡ ਦਿੰਦੇ ਹੋ ਤਾਂ ਪੂਰਾ 1 ਦਾ 1 ਪਾਉਂਡ ਹੀ ਅੱਗੇ ਉਹ ਜਾਂ ਲੰਗਰ ਸੇਵਾ ਹੋ ਜਾਏ, ਜਾਂ ਐਜੂਕੇਸ਼ਨ ਦੀ ਹੋ ਜਾਏ, ਜਾਂ ਹੋਰ ਕੋਈ ਵੀ ਪ੍ਰੋਜੈਕਟ ਜਿਹੜਾ ਸੰਗਤਾਂ ਵੱਲੋਂ ਵਿੱਢਿਆ ਜਾਵੇ ਉੱਥੇ ਜਾਏਗਾ ਉਹ। ਪਰ ਸਾਡਾ ਮਿਸ਼ਨ ਰਹੇਗਾ ਕਿ ਇਹ ਡੋਨੇਸ਼ਨ ਹੈ, ਜੋ ਦਸਵੰਧ ਹੈ, ਇਹ ਹੋਰ ਵੱਧ ਚੜ੍ਹ ਕੇ ਸੰਗਤ TV ਨੂੰ ਦੇਵੋ, ਸੰਗਤ ਟਰੱਸਟ ਦੇ ਰਾਹੀਂ ਇਹੋ ਸਹੀ ਪ੍ਰੋਜੈਕਟਾਂ ਤੱਕ ਪਹੁੰਚ ਸਕੇ। ਸਾਡੀ ਕੋਸ਼ਿਸ਼ ਇਹ ਹੀ ਰਹੇ ਕਿ ਅਸੀਂ 1 ਪਾਉਂਡ ਦਾ 1.25 ਪਾਉਂਡ ਬਣਾ ਕੇ ਅੱਗੇ ਦਈਏ। ਸੋ ਤਾਂ ਹੀ ਮੈਂ ਸਮਝਾਂਗਾ ਕਿ ਜਿਸ ਪ੍ਰੋਜੈਕਟ ਨੂੰ ਅਸੀਂ 11 ਸਾਲਾਂ ਤੋਂ ਆਪਣੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਸਿੰਜ ਰਹੇ ਹਾਂ, ਉਹਨੂੰ ਅਸੀਂ ਤਾਂ ਸਮਝਾਂਗੇ ਕਿ ਹਾਂ ਹੁਣ ਸਹੀ ਫਲ ਲੱਗਣਾ ਸ਼ੁਰੂ ਹੋ ਗਿਆ ਹੈ। ਸੋ ਹੋਰ ਸਾਡੇ ਜਿਹੜੇ ਸੰਗਤ ਏਡ ਦੇ ਪ੍ਰੋਜੈਕਟ ਨੇ, ਮੈਡੀਕਲ ਏਡ ਦਾ ਪ੍ਰੋਜੈਕਟ ਹੈ, ਉਹ ਵੀ ਬਹੁਤ ਵਧੀਆ ਪ੍ਰੋਜੈਕਟ ਹੈ, ਕਿਉਂਕਿ ਜੇ ਸਿਹਤ ਨਹੀਂ ਤਾਂ ਕੁਛ ਵੀ ਨਹੀਂ, ਕੁਛ ਵੀ ਚੰਗਾ ਨਹੀਂ ਲੱਗਦਾ। ਘਰ ਦੇ ਵਿੱਚ ਕੋਈ ਬੱਚਾ ਬਿਮਾਰ ਹੋ ਜਾਏ, ਜੋ ਤੁਹਾਡੇ ਮਾਤਾ ਪਿਤਾ ਕੋਈ ਆਪਣੀ ਸਿਹਤ ਖਰਾਬ ਹੋ ਜਾਏ, ਤਾਂ ਤੁਹਾਡਾ ਜੋ ਵੀ ਕੀਤਾ ਕਰਾਇਆ ਜ਼ਿੰਦਗੀ ਦੀਆਂ ਸਾਰੇ ਸੁੱਖ ਤੁਹਾਨੂੰ ਭੁੱਲ ਜਾਂਦੇ ਨੇ। ਸੋ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪ੍ਰੋਗਰਾਮ ਵਿੱਚ ਦੇਖਦੇ ਹੋ, ਐਸੇ ਹਾਲਾਤ ਨੇ। ਇੱਕ ਆਪਣੇ ਬਾਬਾ ਜਗਤਾਰ ਸਿੰਘ ਜੀ ਦਾ ਜੋ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਹਸਪੀਟਲ ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਨਾਲ ਇੱਕ ਅਲਾਇੰਸ ਕੀਤੀ ਹੈ ਕਿ ਕੁਛ ਗਰੀਬ ਪਰਿਵਾਰ ਜਿਹੜਾ ਆਪਣਾ ਇਲਾਜ ਨਹੀਂ ਕਰ ਸਕਦੇ, ਕਿਉਂਕਿ ਇੰਡੀਆ ਦੇ ਵਿੱਚ ਕਿਸੇ ਵੀ ਸੰਸਥਾ ਦੇ ਲਈ ਕਿਸੇ ਵੀ ਸਮੱਸਿਆ ਦੇ ਨਾਲ 100% ਉਹਦੇ ਨਾਲ ਡੀਲ ਕਰਨਾ ਜਾਂ ਉੱਤੇ ਕੰਟਰੋਲ ਕਰਨਾ ਇਜ਼ ਆਲਮੋਸਟ ਇੰਪੋਸੀਬਲ। ਸੋ ਜਿੰਨਾ ਸੰਗਤਾਂ ਦਾ ਸਹਿਯੋਗ ਮਿਲ ਜਾਏ, ਉਨਾ ਹੀ ਉਸ ਪ੍ਰੋਜੈਕਟ ਦੇ ਵਿੱਚ ਅਸੀਂ ਜ਼ਿਆਦਾ ਕੰਮ ਕਰ ਸਕਦੇ ਹਾਂ। ਸੋ ਇਹਦੇ ਵਿੱਚ ਵੀ ਇੱਕ ਨੋਮੀਨਲ ਚਾਰਜ, ਮੈਡੀਕਲ ਜੋ ਚਾਰਜ ਹੈ ਉਸ ਹਸਪੀਟਲਾਂ ਦੇ ਵਿੱਚ ਰੱਖਿਆ ਹੋਇਆ, ਚੈਰੀਟੇਬਲ ਹਸਪੀਟਲ ਹੈ। ਪਰ ਕੁਛ ਇਸ ਤਰ੍ਹਾਂ ਦੇ ਕੇਸਿਸ ਆ ਜਾਂਦੇ ਨੇ ਜੋ ਖਰਚਾ ਨਹੀਂ ਚੱਕ ਸਕਦੇ, ਜੋ ਪਾਵਰਟੀ ਲਾਈਨ ਤੋਂ ਥੱਲੇ ਨੇ, ਫਿਰ ਉਹੀ ਸਿਚੁਏਸ਼ਨ ਆ ਜਾਂਦੀ ਹੈ ਕਿ ਸੰਗਤ ਅੱਗੇ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਮੈਡੀਕਲ ਦਾ ਖਰਚਾ ਇੱਥੋਂ ਅਪੀਲਾਂ ਦੇ ਥਰੂ ਫੰਡ ਕੀਤਾ ਜਾਵੇ। ਸੋ ਉਹ ਵੀ ਆਪ ਜੀ ਦਾ ਬਹੁਤ ਵਧੀਆ ਸਹਿਯੋਗ ਉਹਦੇ 'ਚ ਪੈ ਰਿਹਾ ਹੈ। ਫਿਰ ਇਹ ਜਿਹੜੀਆਂ ਕੁਦਰਤੀ ਮਾਰਾਂ ਨੇ, ਕੋਈ ਅਰਥਕੁਏਕ ਹੋ ਗਿਆ, ਕੋਈ ਫਲੱਡ ਰਿਲੀਫ ਹੋ ਗਿਆ, ਇਹਨਾਂ ਪ੍ਰੋਜੈਕਟਾਂ ਦੇ ਵਿੱਚ ਵੀ ਆਪ ਜੀ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਦਿੱਤਾ। ਪਰ ਸਾਡੀ ਜੋ ਮੰਜ਼ਿਲ ਸੀ, ਜੋ ਸਾਡਾ ਮਿਸ਼ਨ ਸੀ, ਉਹ ਹਾਲੇ ਵੀ ਅਸੀਂ ਨਹੀਂ ਕਹਿ ਸਕਦੇ ਕਿ ਅਸੀਂ ਉਹ ਪੂਰੀ ਸੈਟਿਸਫੈਕਸ਼ਨ ਦੇ ਨਾਲ ਅਸੀਂ ਉਹ ਅਚੀਵ ਕਰ ਲਿਆ ਹੈ। ਪਹਿਲਾ ਮਾਈਲਸਟੋਨ ਕਿ ਚਲੋ ਸਾਡਾ ਜਿਹੜਾ ਬ੍ਰੇਕ ਈਵਨ 'ਤੇ ਅਸੀਂ ਪਹੁੰਚ ਗਏ ਹਾਂ। ਦੂਸਰਾ ਇਹ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ ਘਰ ਘਰ ਪਹੁੰਚਾਉਣਾ, ਉਹ ਬਹੁਤ ਹੀ ਜ਼ਰੂਰੀ ਹੈ। ਉਹਦੇ 'ਤੇ ਬਹੁਤ ਵੱਡਾ ਖਰਚਾ ਹੈ। ਪੰਜਾਬ ਦੇ ਵਿੱਚ ਜਿੰਨਾ ਚਿਰ ਅਸੀਂ ਗੁਰਮਤ ਬੇਸਡ ਔਰ ਸਿੱਖ ਫੇਥ ਬੇਸਡ ਕਲਗੀਧਰ ਟਰੱਸਟ ਦੇ ਮਾਡਲ ਦੇ 500 ਸਕੂਲਾਂ ਦਾ ਨੈਟਵਰਕ ਨਹੀਂ ਹੋ ਜਾਂਦਾ, ਅਤੇ ਮੇਰੇ ਖਿਆਲ ਨਾਲ ਇਸ ਵੇਲੇ ਪੰਜਾਬ ਦੀ ਜੋ ਹਾਲਾਤ ਹੈ, ਉਹ ਆਪਣੇ ਸਿੱਖੀ ਨੂੰ ਬਚਾਉਣਾ ਅਤੇ ਪੰਥ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ, ਉਹ ਇੱਕ ਬਹੁਤ ਹੀ ਵੱਡਾ ਇਸ ਵੇਲੇ ਟਾਸਕ ਦਿਸ ਰਿਹਾ ਹੈ। ਕਿਉਂਕਿ ਸੰਗਤਾਂ ਦੇ ਵਿੱਚ ਜੋ ਨਿਗਾਰ ਆ ਰਿਹਾ ਹੈ, ਜੋ ਨਿਮਾਣ ਵੱਲ ਨੂੰ ਸਿੱਖੀ ਜਾ ਰਹੀ ਹੈ, ਉਹ ਇੱਕ ਬੜਾ ਹੀ ਦੁਖਦਾਈ ਐਕਸਪੀਰੀਅੰਸ ਹੈ। 1947 ਤੋਂ ਲੈ ਕੇ 1984 ਤੋਂ ਲੈ ਕੇ ਹੁਣ ਤੱਕ ਜੋ ਪੰਜਾਬ ਦੀ ਜਵਾਨੀ ਹੈ, ਉਹ ਛੱਡ ਕੇ ਬਾਹਰਲੇ ਦੇਸ਼ਾਂ 'ਚ ਜਾ ਰਹੀ ਹੈ। ਉਹ 'ਚ ਜਾਣ 'ਚ ਹਰਜ ਕੋਈ ਨਹੀਂ ਹੈ, ਜਿੰਨਾ ਚਿਰ ਸਾਡਾ ਪੰਜਾਬ ਦਾ ਜੋ ਬੇਸ ਹੈ,
ਜਿੱਥੇ ਕਿ ਸਿੱਖੀ ਦੇ ਬੋਲਬਾਲੇ ਦਾ ਸਾਡਾ ਸੁਪਨਾ ਹੈ, ਜਿੰਨਾ ਚਿਰ ਉਹ ਪੂਰਾ ਨਹੀਂ ਹੁੰਦਾ। ਸੋ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਹੈ, ਇਹਨਾਂ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰਨਾ ਅਤੇ ਇਹਨੂੰ ਆਪਣਾ ਚੈਨਲ ਸਮਝ ਕੇ ਜਿੰਨੇ ਵੀ ਸਾਡੀਆਂ ਅਪੀਲਾਂ ਚੱਲ ਰਹੀਆਂ ਨੇ, ਪ੍ਰੋਜੈਕਟ ਚੱਲ ਰਹੀਆਂ ਨੇ, ਉਹਨਾਂ ਦੇ ਵਿੱਚ ਆਪਣੇ ਦਸਵੰਧ ਦਾ ਵੱਧ ਚੜ੍ਹ ਕੇ ਹਿੱਸਾ ਜ਼ਰੂਰ ਪਾਓ। ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਰਾ ਦਸਵੰਧ ਸਾਨੂੰ ਹੀ ਦੇਵੋ। ਜਿੱਥੇ ਵੀ ਤੁਹਾਡਾ ਹੋਰ ਪ੍ਰੋਜੈਕਟ ਚੱਲਦੇ ਨੇ ਜਾਂ ਤੁਹਾਡੇ ਕੋਈ ਰਿਸ਼ਤੇਦਾਰਾਂ ਦੀ ਹੈਲਪ ਕਰਨੀ ਹੈ ਜਾਂ ਕਿਸੇ ਹੋਰ ਗਰੀਬ ਦੀ ਹੈਲਪ ਕਰਨੀ ਹੈ, ਉੱਥੇ ਵੀ ਜ਼ਰੂਰ ਹੈਲਪ ਕਰੋ। ਪਰ ਸਾਡੀ ਡਿਮਾਂਡ ਤਾਂ ਬਹੁਤ ਹੀ ਘੱਟ ਹੈ ਕਿ ਇਸ ਮੀਡੀਆ ਨੂੰ ਸਟਰੋਂਗ ਕਰਨ ਵਾਸਤੇ ਇੱਕ ਮੇਨ ਸਟਰੀਮ ਜੋ ਸਾਡਾ ਸਿੱਖੀ ਦਾ ਧੁਰਾ ਹੈ ਉਹਨੂੰ ਸਟਰੋਂਗ ਬਣਾਉਣ ਵਾਸਤੇ, ਅਕਾਲ ਤਖਤ ਸਾਹਿਬ ਨੂੰ ਸਟਰੋਂਗ ਬਣਾਉਣ ਵਾਸਤੇ, ਮੀਰੀ ਪੀਰੀ ਦੇ ਕਨਸੈਪਟ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜਿਹੜੀ ਬੈਲੈਂਸਡ ਲਾਈਫ ਹੈ ਉਹਦੇ ਵਿੱਚ ਗੁਰਮਤ ਬੇਸ ਨੂੰ ਲਿਆ ਕੇ ਇੱਕ ਗੁਰਮਤ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਉਹ ਸਾਡਾ ਚਾਨਣ ਮੁਨਾਰਾ ਬਣੇ। ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਵੱਧ ਚੜ੍ਹ ਕੇ ਵਧੀਆ ਪ੍ਰੋਗਰਾਮ ਹੋਰ ਦੇ ਸਕੀਏ। ਸੋ ਵੱਧ ਚੜ੍ਹ ਕੇ ਇਹਦੇ ਵਿੱਚ ਆਪਣਾ ਹਿੱਸਾ ਜ਼ਰੂਰ ਪਾਉਣਾ। ਅਤੇ ਜਿਹੜੀ 11ਵੀਂ ਵਰ੍ਹੇਗੰਢ ਦੀ ਇਹਦੀ ਜਿੱਥੇ ਤੱਕ ਵੀ ਅਸੀਂ ਪਹੁੰਚੇ ਹਾਂ, ਇਹ ਸਾਰਾ ਜੋ ਇਹਦਾ ਕ੍ਰੈਡਿਟ ਹੈ ਇਹ ਸੰਗਤਾਂ ਨੂੰ ਹੀ ਜਾਂਦਾ ਹੈ, ਕਿਉਂਕਿ ਇਹ ਸੰਗਤਾਂ ਦਾ ਚੈਨਲ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ, ਸਾਡਾ ਮਿਸ਼ਨ ਇੱਕ ਸੰਗਤ, ਇੱਕ ਪੰਥ, ਇੱਕ ਗ੍ਰੰਥ, ਇੱਕੋ ਹੀ ਪਰਮਾਤਮਾ, ਇੱਕੋ ਹੀ ਧਰਮ, ਸਰਬ ਧਰਮ ਮੈਂ ਸ਼੍ਰੇਸ਼ਠ ਧਰਮ, ਹਰ ਕਾ ਨਾਮ ਜਪ ਨਿਰਮਲ ਕਰਮ। ਤੋ ਜੋ ਇਨਸਾਨੀਅਤ ਹੈ ਉਹੀ ਸਭ ਤੋਂ ਵੱਡਾ ਧਰਮ ਹੈ। ਕਿ ਸਾਡੀ ਜੋ ਇੱਕ ਵਨ ਵਰਲਡ ਵਨ ਫੈਮਿਲੀ ਦਾ ਜੋ ਮਿਸ਼ਨ ਕਲਗੀਧਰ ਟਰੱਸਟ ਦਾ ਵੀ ਇਹੀ ਮਿਸ਼ਨ ਸਟੇਟਮੈਂਟ ਹੈ। ਜਿੰਨਾ ਚਿਰ ਸਾਡੇ ਮਨ 'ਚ ਉਹ ਫੀਲਿੰਗ ਨਹੀਂ ਆਉਂਦੀ, ਇਹ ਸਮਝ ਲਓ ਕਿ ਅਸੀਂ ਜਿਹੜਾ ਸਿੱਖੀ ਵੇ ਆਫ ਲਾਈਫ ਹੈ ਉਸ ਰਾਹ 'ਤੇ ਅਸੀਂ ਨਹੀਂ ਚੱਲੇ। ਸੋ ਇਹਨਾਂ ਬੇਨਤੀਆਂ ਨਾਲ ਹੀ ਮੇਰੀ ਵਧਾਈ ਜੋ ਹੈ 11ਵੀਂ ਵਰ੍ਹੇਗੰਢ ਦੀ ਉਹ ਪ੍ਰਵਾਨ ਕਰਨੀ ਅਤੇ ਮੇਰੀ ਅਪੀਲ ਵੀ ਪ੍ਰਵਾਨ ਕਰਨੀ ਕਿ ਵੱਧ ਚੜ੍ਹ ਕੇ ਇਸ ਸੰਗਤ ਆਪਣਾ TV ਸਮਝ ਕੇ ਇਹਦੇ 'ਚ ਹਿੱਸਾ ਪਾਓ, ਤਾਂ ਕਿ ਅਸੀਂ ਇਹਨੂੰ ਹੋਰ ਵਧੀਆ ਚਲਾ ਸਕੀਏ। ਵਧੀਆ ਪ੍ਰੋਗਰਾਮ, ਕੀਰਤਨ, ਕਥਾ, ਗੁਰਮਤਿ ਵਿਚਾਰ, ਯੂਥ ਵਾਸਤੇ, ਬੱਚਿਆਂ ਵਾਸਤੇ ਪ੍ਰੋਗਰਾਮ ਅਸੀਂ ਹੋਰ ਪ੍ਰੋਡਿਊਸ ਕਰ ਸਕੀਏ। ਸੋ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਨੂੰ ਆਪਣਾ ਚੈਨਲ ਸਮਝ ਕੇ ਇਹਦੇ 'ਚ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਓ, ਪ੍ਰੋਜੈਕਟ ਲੈ ਕੇ ਆਓ। ਗੁਰੂ ਘਰਾਂ ਨੂੰ ਵੀ ਬੇਨਤੀ ਹੈ ਕਿ ਜਿਹੜੀ ਬੱਚਿਆਂ ਦੀ ਪੜ੍ਹਾਈ ਦਾ ਜੋ ਹੈ, ਦੇਖੋ ਅਸੀਂ ਤਰਸ ਖਾ ਜਾਂਦੇ ਹਾਂ, ਕੋਈ ਅਸੀਂ ਸਿਚੁਏਸ਼ਨ ਦੇਖਦੇ ਹਾਂ ਕਿ ਮੈਡੀਕਲ ਕੋਈ ਐਕਸੀਡੈਂਟ ਹੋ ਗਿਆ, ਪਰ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਦਿਸਦੀਆਂ, ਜਿਹੜੇ ਘਰਾਂ ਦੇ ਵਿੱਚ ਲੱਖਾਂ ਬੱਚੇ ਅੱਜ ਵਿੱਦਿਆ ਦੀ ਪ੍ਰਾਪਤੀ ਤੋਂ ਵਾਂਝੇ ਹਨ, ਉਹ ਸਾਨੂੰ ਨਹੀਂ ਦਿਸ ਰਹੇ। ਅਸੀਂ ਉਹ ਆਪ ਜੀ ਤੱਕ ਲਿਆ ਰਹੇ ਹਾਂ। ਤਾਂ ਉਹਦੇ ਵਿੱਚ ਤੁਸੀਂ ਇੱਕ ਬੱਚੇ ਦੀ ਸਪੋਂਸਰਸ਼ਿਪ ਜ਼ਰੂਰ ਕਰਨੀ ਹੈ ਜੀ। ਅਤੇ ਇਹਨਾਂ ਬੇਨਤੀਆਂ ਨਾਲ ਹੀ ਇੱਕ ਦਾਸ ਖਿਮਾ ਦਾ ਜਾਚਕ ਹੈ। ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਸੰਗਤ TV ਦੇ ਸੰਗਤ ਟਰੱਸਟ ਦਾ ਜੋ ਪਹਿਲਾ ਪ੍ਰੋਜੈਕਟ ਹੈ, ਇਹਦੀ 11ਵੀਂ ਵਰ੍ਹੇਗੰਢ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।